जी आਇਆਂ ਨੂੰ ਪਿਆਰੇ ਵਿਦਿਆਰਥੀਓ। ਪੰਜਾਬ ਸਟੇਟ ਐਜੂਕੇਸ਼ਨ ਬੋਰਡ ਦੀ 8ਵੀਂ ਜਮਾਤ ਦੀ ਅੰਗਰੇਜ਼ੀ ਦੀ ਕਿਤਾਬ ਮਾਈ ਇੰਗਲਿਸ਼ ਕੰਪੇਨੀਅਨ ਉਸ ਦਾ ਲੈਸਨ ਨੰਬਰ 7 ਦੀ ਪੰਜਾਬ ਆ ਗਲਿੰਪਸ ਉਸ ਦੀ ਐਕਟੀਵਿਟੀ ਨੰਬਰ 7 ਜਿਸ ਦਾ ਸਿਰਲੇਖ ਹੈ ਲਰਨਿੰਗ ਲੈਂਗੁਏਜ ਉਹ ਇਸ ਵੀਡੀਓ 'ਚ ਕਰਨ ਜਾ ਰਹੇ ਹਾਂ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਆਨਸਰਸ ਨੂੰ ਕਾਪੀ ਡਾਊਨ ਕਰ ਲਓ ਤੇ ਬਾਅਦ ਚੋਂ ਸਾਰੀ ਐਕਟੀਵਿਟੀ ਨੂੰ ਬਿਨਾਂ ਦੇਖੇ ਆਪ ਕਰਨ ਦਾ ਅਭਿਆਸ ਵੀ ਤੁਸੀਂ ਜ਼ਰੂਰ ਕਰਨਾ ਹੈ। ਸੋ ਸ਼ੁਰੂ ਕਰੀਏ। ਇਹ ਸ਼ੁਰੂ ਕਰਨ ਤੋਂ ਪਹਿਲੇ ਵਿਦਿਆਰਥੀਓ ਮੈਂ ਤੁਹਾਨੂੰ ਯਾਦ ਕਰਾ ਦੇਵਾਂ ਕਿ ਇਸੇ ਚੈਨਲ ਤੇ ਤੁਹਾਡੀਆਂ ਸਾਇੰਸ ਅਤੇ ਮੈਥ ਦੀਆਂ ਲੋੜਾਂ ਵੀ ਪੂਰੀਆਂ ਹੋ ਜਾਣਗੀਆਂ। ਇਸੇ ਚੈਨਲ ਦੇ ਉੱਤੇ 3 ਪਲੇਲਿਸਟਾਂ 8ਵੀਂ ਜਮਾਤ ਨਾਲ ਜੁੜੀਆਂ ਹੋ ਹਨ। ਇੱਕ ਹੈਗੀ ਹੈ 8th ਸਾਇੰਸ, ਦੂਜੀ ਹੈ 8th ਮੈਥ ਤੇ ਤੀਜੀ ਹੈ 8th ਮੈਥ ਨੋਟਸ। ਸੋ ਤੁਸੀਂ ਉਹਨਾਂ ਪਲੇਲਿਸਟਾਂ ਨੂੰ ਦੇਖ ਕੇ ਤੇ ਆਪਣੀ ਮੈਥ ਔਰ ਸਾਇੰਸ ਦੀ ਵੀ ਸਟੱਡੀ ਕਰ ਸਕਦੇ ਹੋ। ਸੋ ਦੇਖੀਏ ਵਾਲੀ ਐਕਟੀਵਿਟੀ ਨੰਬਰ 7 ਕਹਿੰਦੇ ਸਿਲੈਕਟ ਦੀ ਕਰੈਕਟ ਵਰਬ ਫਰੋਮ ਦੀ ਬ੍ਰੈਕਟਸ ਟੂ ਫਿਲ ਇਨ ਦੀ ਬਲੈਂਕਸ। ਅਰਥਾਤ ਕਿਰਿਆ ਦਾ ਜੋ ਸਹੀ ਰੂਪ ਹੈ, ਸਹੀ ਕਿਰਿਆ ਜਿਹੜੀ ਹੈ ਬ੍ਰੈਕਟ ਵਿੱਚ ਚੁਣ ਕੇ ਖਾਲੀ ਥਾਂ ਭਰੋ। ਸੋ ਬ੍ਰੈਕਟ ਵਿੱਚ ਕਿਰਿਆਵਾਂ ਦਿੱਤੀਆਂ ਪਰ ਉਹਨਾਂ ਦੇ ਅਲੱਗ-ਅਲੱਗ ਰੂਪ ਨੇ, ਜਿੱਦਾਂ ਲਿਵ ਤੇ ਲਿਵਸ, ਹੈਜ਼ ਤੇ ਹੈਵ, ਆਰ ਤੇ ਇਜ਼, ਹਨਾ। ਖਾਸ ਤੌਰ ਤੇ ਸਿੰਗੂਲਰ ਵਰਬ ਤੇ ਪਲੂਰਲ ਵਰਬ ਦਾ ਇੱਥੇ ਸਮਝਣਾ ਹੈ ਆਪਾਂ, ਠੀਕ ਹੈ। ਸੋ ਪਹਿਲਾਂ ਇਹਦੀ ਟੋਲੈਸਟ ਆਫ ਥੀਸ ਬॉयਜ਼ ਲਿਵਸ ਨੈਕਸਟ ਡੋਰ ਟੂ ਮੀ। ਹੁਣ ਲਿਵਸ ਜਿਹੜਾ ਐਸ ਹੈਗਾ ਬੱਚਿਓ ਹੈ ਸਿੰਗੂਲਰ ਦੇ ਨਾਲ ਆਉਂਦਾ ਹੈ, ਇੱਕ ਵਚਨ ਦੇ ਨਾਲ। ਹੈ ਅਸੀਂ ਪਹਿਲੇ ਵੀ ਬੜੀ ਵਾਰ ਗੱਲਾਂ ਕੀਤੀਆਂ ਲੈਸਨ, ਦੂਜੇ ਲੈਸਨਾਂ ਵਿੱਚ ਵੀ ਜਿੱਥੇ ਜਿੱਥੇ ਦਾ ਜ਼ਿਕਰ ਆਇਆ ਹੀ, ਸ਼ੀ, ਇਟ ਜਾਂ ਸਿੰਗੂਲਰ ਪ੍ਰੋਪਰ ਨਾਊਨ ਹੋਵੇ ਤੇ ਉਹਦੇ ਨਾਲ ਵਰਬ ਦੀ ਇਹ ਵਾਲੀ ਫਾਰਮ ਆਉਂਦੀ ਹੈ, ਐਸ ਨਾਲ ਲੱਗਦਾ ਹੈ। ਸੋ ਲਿਵ ਤੋਂ ਬਣ ਜਾਏਗਾ ਲਿਵਸ, ਕਿਉਂਕਿ ਦੀ ਟੋਲੈਸਟ ਬॉय, ਦੀ ਟੋਲੈਸਟ ਇੱਕ ਦੀ ਗੱਲ ਹੋ ਰਹੀ ਹੈ, ਜਿਹੜਾ ਸਭ ਤੋਂ ਲੰਬਾ ਹੈ। ਇਹਨਾਂ ਮੁੰਡਿਆਂ ਵਿੱਚੋਂ ਸਭ ਤੋਂ ਲੰਬਾ ਮੁੰਡਾ ਨੈਕਸਟ ਡੋਰ ਟੂ ਮੀ ਮੇਰੇ ਘਰ ਦੇ ਨਾਲ ਰਹਿੰਦਾ ਹੈ। ਕਿਹੜਾ ਮੁੰਡਾ? ਜਿਹੜਾ ਸਭ ਤੋਂ ਲੰਬਾ ਹੈ। ਇਹਨਾਂ ਮੁੰਡਿਆਂ ਵਿੱਚੋਂ ਇਹ ਥੀਸ ਬॉयਜ਼ ਤੇ ਬਹੁਵਚਨ ਹੋ ਗਿਆ, ਪਰ ਥੀਸ ਬॉयਜ਼ ਵਿੱਚੋਂ ਜਿਹੜਾ ਸਭ ਤੋਂ ਲੰਬਾ ਮੁੰਡਾ ਹੈ ਉਹ ਇੱਕ ਹੋ ਗਿਆ ਤੇ ਇਸ ਕਰਕੇ ਲਿਵਸ ਨੈਕਸਟ ਡੋਰ ਟੂ ਮੀ, ਠੀਕ ਹੈ। ਆਲ ਦੀ ਪਲੇਅਰਸ, ਹੁਣ ਦੇਖੋ ਸਾਰੇ ਖਿਡਾਰੀ, ਪਲੇਅਰਸ ਕੀ ਹੈ? ਬਹੁਵਚਨ ਹੈਗਾ। ਇਨ ਮਾਈ ਟੀਮ, ਮੇਰੀ ਟੀਮ ਦੇ ਵਿੱਚ ਸਾਰੇ ਖਿਡਾਰੀ ਹੈਵ ਡਨ ਵੈਲ, ਉਹ ਸਾਰਿਆਂ ਨੇ ਬਹੁਤ ਵਧੀਆ ਆਪਣਾ ਪੇਸ਼ਕਾਰੀ ਕੀਤੀ ਹੈ। ਸੋ ਹੈਵ ਜਿਹੜਾ ਹੈ ਬਹੁਵਚਨ ਦੇ ਨਾਲ ਆਉਂਦਾ ਹੈ, ਹੈਜ਼ ਇੱਕ ਵਚਨ ਦੇ ਨਾਲ ਆਉਂਦਾ ਹੈ। ਸੋ ਪਲੇਅਰਸ ਬਹੁਵਚਨ ਹੈ, ਇਸ ਕਰਕੇ ਹੈਵ ਆਏਗਾ, ਠੀਕ ਹੈ। ਦੀ ਟੁਆਇਜ਼ ਦੈਟ ਵਰ ਬ੍ਰੌਟ ਬਾਈ ਅਨਿਲ, ਉਹ ਖਿਡੌਣੇ, ਮਤਲਬ ਖਿਡੌਣਾ ਨਹੀਂ ਹੈ, ਖਿਡੌਣੇ ਕਿਹੜੇ? ਦੈਟ ਵਰ ਬ੍ਰੌਟ ਬਾਈ ਅਨਿਲ, ਜਿਹੜੇ ਅਨਿਲ ਦੁਆਰਾ ਲਿਆਂਦੇ ਗਏ। ਹੁਣ ਆਰ ਆਏਗਾ, ਕਿਉਂ? ਕਿਉਂਕਿ ਬਹੁਵਚਨ ਦੇ ਨਾਲ ਆਰ ਆਉਂਦਾ ਹੈ ਤੇ ਇੱਕ ਵਚਨ ਦੇ ਨਾਲ ਇਜ਼ ਆਉਂਦਾ। ਜੇ ਇੱਕ ਟੋਏ ਹੁੰਦਾ, ਦੀ ਟੋਏ ਬ੍ਰੌਟ, ਦੀ ਟੋਏ ਦੈਟ ਵਾਜ਼ ਬ੍ਰੌਟ ਬਾਈ ਅਨਿਲ ਇਜ਼ ਰੀਅਲੀ ਯੂਜ਼ਫੁਲ, ਫਿਰ ਇਜ਼ ਆਉਣਾ ਸੀਗਾ ਤੇ ਇੱਥੇ ਵੀ ਵਾਜ਼ ਆਉਣਾ ਸੀਗਾ। ਹੁਣ ਹੈਗਾ ਟੋਇਜ਼, ਇਸ ਕਰਕੇ ਵਰ ਹੈਗਾ, ਬਹੁਵਚਨ ਹੈ ਤੇ ਇੱਥੇ ਵੀ ਆਰ ਆਏਗਾ। ਦੀ ਟੋਇਜ਼ ਦੈਟ ਵਰ ਬ੍ਰੌਟ ਬਾਈ ਅਨਿਲ ਆਰ ਰੀਅਲੀ ਯੂਜ਼ਫੁਲ, ਖਿਡੌਣੇ ਜਿਹੜੇ ਅਨਿਲ ਦੁਆਰਾ ਲਿਆਂਦੇ ਗਏ ਉਹ ਵਾਕਈ ਬੜੇ ਲਾਹੇਵੰਦ ਹਨ। ਫਿਰ ਆ ਗਿਆ ਹੀ ਹੈ, ਦੇਖੋ ਹੀ ਹੈ ਨਾ, ਹੀ, ਸ਼ੀ, ਇਟ ਕੋਈ ਹੋਵੇ। ਵਾਕਸ ਰੈਗੂਲਰਲੀ, ਉਹ ਨੇਮ ਦੇ ਨਾਲ ਸੈਰ ਕਰਦਾ ਹੈ। ਹੀ ਕਰਕੇ ਵਾਕ ਦੇ ਨਾਲ ਐਸ ਆਏਗਾ। ਜੇ ਹੁੰਦਾ ਦੇ, ਉਹ ਸੈਰ ਕਰਦੇ ਹਨ, ਫਿਰ ਆਉਣਾ ਸੀ ਵਾਕ, ਫਿਰ ਐਸ ਨਹੀਂ ਆਉਣਾ ਸੀਗਾ, ਫਿਰ ਐਸ ਹਟ ਜਾਣਾ ਸੀਗਾ। ਦੇ ਵਾਕ, ਉਹ ਸੈਰ ਨੇਮ ਨਾਲ ਕਰਦੇ ਹਨ, ਠੀਕ ਹੈ ਨਾ। ਸੋ ਕਿਉਂਕਿ ਹੀ ਹੈਗਾ, ਹੀ ਵਾਕਸ ਰੈਗੂਲਰਲੀ, ਉਹ ਨੇਮ ਨਾਲ ਸੈਰ ਕਰਦਾ ਹੈ। ਸਲੋ ਐਂਡ ਸਟੱਡੀ ਵਿਨਸ ਦੀ ਰੇਸ, ਹੁਣ ਸਲੋ ਐਂਡ ਸਟੱਡੀ ਵੀ ਇੱਕ ਜਾਣਾ ਹੈ, ਇੱਕ ਬੰਦੇ ਦੀ ਗੱਲ ਹੋ ਰਹੀ ਹੈ ਜਿਹੜਾ ਬੰਦਾ ਸਹਿਜੇ ਕੰਮ ਕਰਦਾ ਹੈ ਪਰ ਨਿਰੰਤਰਤਾ ਦੇ ਨਾਲ ਕੰਮ ਕਰਦਾ ਹੈ। ਸਲੋ ਮੈਨੇ ਜੋ ਕਾਹਲੀ ਨਹੀਂ ਕਰਦਾ, ਕਾਹਲੀ ਅੱਗੇ ਟੋਏ, ਕੰਮ ਕਦੇ ਨਾ ਹੋਏ, ਇਸ ਅਖਾਣ ਤੋਂ ਸੁਚੇਤ ਰਹਿੰਦਾ ਹੈ। ਸਲੋ ਜੋ ਸਹਿਜੇ ਕੰਮ ਕਰਦਾ ਹੈ, ਵਿਚਾਰ ਕੇ ਕੰਮ ਕਰਦਾ ਹੈ, ਐਂਡ ਸਟੱਡੀ ਅਤੇ ਨਿਰੰਤਰ ਕਰਦਾ ਹੈ, ਰੋਜ਼ ਪੜ੍ਹਦਾ ਹੈ, ਸਹਿਜੇ ਪੜ੍ਹਦਾ ਹੈ, ਸਮਝ ਕੇ ਪੜ੍ਹਦਾ ਹੈ ਪਰ ਰੋਜ਼ ਪੜ੍ਹਦਾ ਹੈ। ਵਿਨਸ ਦਾ ਰੇਸ, ਜਿਹੜਾ ਬੰਦਾ ਸਹਿਜੇ ਸਹਿਜੇ ਤੁਰਦਾ ਹੈ ਪਰ ਰੋਜ਼ ਤੁਰਦਾ ਹੈ, ਆਪਣੀ ਰੇਸ ਜਿਹੜੀ ਹੈ ਜਿੱਤ ਜਾਂਦਾ ਹੈ। ਇਹ ਬੱਚੇ ਉਧਰੋਂ ਸਬਕ ਮਿਲਦਾ ਹੈ, ਜਿਹੜੀ ਉਹ ਸ਼ਹਿ ਦੀ ਤੇ ਕੱਛੂ ਕੁੰਮੇ ਦੀ ਕਹਾਣੀ ਹੈ। ਸ਼ਹਿਹਾ ਤੇਜ਼ ਦੌੜਿਆ, ਫਿਰ ਉਹ ਆਰਾਮ ਕਰਨ ਲੱਗਿਆ, ਸੁੱਤਾ ਰਹਿ ਗਿਆ। ਜਿਹੜਾ ਕੱਛੂ ਕੁੰਮਾ ਸੀਗਾ ਉਹ ਹੌਲੀ 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 ਤੁਰਦਾ ਤੁਰਦਾ ਸ਼ਹਿ ਤੋਂ ਅੱਗੇ ਨਿਕਲ ਗਿਆ ਤੇ ਰੇਸ ਜਿੱਤ ਗਿਆ। ਉੱਥੋਂ ਦੀ ਫਿਰ ਇਹ ਸਿਆਣਿਆਂ ਨੇ ਇਹ ਕਾਰਡ ਕੱਢੀ ਹੈ, ਕਾਰਡ ਕੀ ਹੋਣੀ, ਅਖਾਣ ਬਣਾਇਆ ਹੈ, ਸਲੋ ਐਂਡ ਸਟੱਡੀ ਵਿਨਸ ਦੀ ਰੇਸ। ਸਲੋ ਐਂਡ ਸਟੱਡੀ, ਹੁਣ ਕੱਛੂ ਕੁੰਮਾ ਇੱਕ ਹੀ ਸੀ ਨਾ, ਵੀ ਸਲੋ ਵੀ ਹੈ ਤੇ ਸਟੱਡੀ ਵੀ ਹੈ, ਅਰਥਾਤ ਜਿਹੜੇ ਬੰਦੇ 'ਚ ਦੋਨੋਂ ਗੁਣ ਨੇ, ਜਿਹੜਾ ਕੰਮ ਸਹਿਜੇ ਸਹਿਜੇ ਕਰਦਾ ਹੈ ਪਰ ਰੋਜ਼ ਕਰਦਾ ਹੈ,
ਉਹ ਬੰਦਾ ਕਾਮਯਾਬ ਹੁੰਦਾ ਹੈ। ਸੋ ਸਲੋ ਐਂਡ ਸਟੱਡੀ ਵਿਨਸ ਦਾ ਰੇਸ, ਕਿਉਂਕਿ ਸਲੋ ਐਂਡ ਸਟੱਡੀ ਇੱਕ ਬੰਦੇ ਦੀ ਗੱਲ ਹੋ ਰਹੀ ਹੈ, ਇੱਕ ਜਣੇ ਦੀ, ਇੱਕ ਵਚਨ ਹੈ, ਇਸ ਕਰਕੇ ਵਿਨ ਦੇ ਨਾਲ ਐਸ ਲੱਗੇਗਾ, ਵਿਨਸ ਦਾ ਰੇਸ। ਠੀਕ ਹੈ। ਫਿਰ ਆ ਗਿਆ ਟਾਈਮ ਐਂਡ ਟਾਈਡ ਵੇਟ ਫॉर ਨਨ। ਹੁਣ ਦੇਖੋ ਇੱਥੇ ਟਾਈਮ ਅਤੇ ਟਾਈਡ ਦੋ ਚੀਜ਼ਾਂ ਨੇ, ਬਹੁਵਚਨ ਹੋ ਗਿਆ। ਜੇ ਇੱਕ ਵਚਨ ਹੋਵੇ ਫਿਰ ਆਏਗਾ ਵੇਟਸ। ਜਿੱਦਾਂ ਮੈਂ ਕਹਾਂ ਟਾਈਮ ਵੇਟਸ ਫॉर ਨਨ, ਮੈਂ ਟਾਈਡ ਹਟਾ ਦੇਵਾਂ, ਟਾਈਮ ਫਿਰ ਆ ਜਾਏਗਾ ਵੇਟਸ ਫॉर ਨਨ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਇੱਕ ਵਚਨ ਆ ਜਾਏਗਾ ਵੇਟਸ। ਪਰ ਇੱਥੇ ਹੈਗਾ ਟਾਈਮ ਐਂਡ ਟਾਈਡ, ਟਾਈਡ ਹੁੰਦਾ ਜਵਾਰ ਭਾਟਾ, ਪਾਣੀ ਦਾ ਵਹਾਅ। ਸੋ ਦੋ ਚੀਜ਼ਾਂ ਨੇ, ਸਮਾਂ ਅਤੇ ਪਾਣੀ ਦਾ ਵਹਾਅ ਕਿਸੇ ਦੀ ਉਡੀਕ ਨਹੀਂ ਕਰਦੇ। ਹੁਣ ਆ ਗਿਆ ਬਹੁਵਚਨ ਆ ਨਾ, ਕਰਦੇ। ਜਿਵੇਂ ਕਹਾਂ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ, ਫਿਰ ਇੱਕ ਵਚਨ ਆ ਗਿਆ। ਸੋ ਜੇ ਮੈਂ ਇੱਥੇ ਐਂਡ ਟਾਈਡ ਹਟਾ ਦੇਵਾਂ ਤੇ ਇਕੱਲਾ ਟਾਈਮ ਹੋਵੇ, ਫਿਰ ਆਏਗਾ ਟਾਈਮ ਵੇਟਸ ਫॉर ਨਨ, ਫਿਰ ਐਸ ਆ ਜਾਏਗਾ। ਪਰ ਟਾਈਮ ਐਂਡ ਟਾਈਡ ਇਹ ਦੋ ਚੀਜ਼ਾਂ ਨੇ, ਬਹੁਵਚਨ ਹੋ ਗਿਆ। ਸੋ ਟਾਈਮ ਐਂਡ ਟਾਈਡ ਵੇਟ ਫॉर ਨਨ। ਠੀਕ ਹੈ। ਆਇਲ ਐਂਡ ਵਾਟਰ ਇਹ ਦੋ ਚੀਜ਼ਾਂ ਨੇ, ਤੇਲ ਵੱਖਰਾ ਹੈ, ਪਾਣੀ ਵੱਖਰਾ ਹੈ। ਡੂ ਨਾਟ ਮਿਕਸ, ਜੇ ਇੱਕ ਚੀਜ਼ ਹੋਵੇ ਫਿਰ ਆਏਗਾ ਡਜ਼ ਨਾਟ, ਪਰ ਡੂ ਨਾਟ ਆਏਗਾ ਬਹੁਵਚਨ ਦੇ ਨਾਲ। ਸੋ ਆਇਲ ਐਂਡ ਵਾਟਰ ਡੂ ਨਾਟ ਮਿਕਸ, ਤੇਲ ਅਤੇ ਪਾਣੀ ਇੱਕ ਦੂਜੇ 'ਚ ਨਹੀਂ ਘੁਲਦੇ। ਟੋਬੈਕੋ ਐਂਡ ਅਲਕੋਹਲ ਦੋ ਚੀਜ਼ਾਂ ਨੇ, ਤੰਬਾਕੂ ਅਤੇ ਅਲਕੋਹਲ ਸ਼ਰਾਬ। ਆਰ ਬਹੁਵਚਨ ਹੈ, ਇਸ ਕਰਕੇ ਆਰ। ਇੰਜੂਰੀਅਸ ਟੂ ਹੈਲਥ, ਇੰਜੂਰੀਅਸ ਮੈਨੇ ਨੁਕਸਾਨਦੇਹ, ਕਿਹਨੂੰ, ਹੈਲਥ ਨੂੰ। ਸਿਹਤ ਲਈ ਹਾਨੀਕਾਰਕ ਹਨ, ਸਿਹਤ ਲਈ ਨੁਕਸਾਨਦਾਇਕ ਹਨ, ਦੋਨੋਂ ਚੀਜ਼ਾਂ ਤੰਬਾਕੂ ਅਤੇ ਸ਼ਰਾਬ। ਸੋ ਦੋ ਚੀਜ਼ਾਂ ਨੇ, ਇਸ ਕਰਕੇ ਆਰ। ਹੁਣ ਜਿੱਥੇ ਬੱਚੋ ਈਦਰ ਔਰ ਨੀਦਰ ਆਏ, ਈਦਰ ਨੀਦਰ, ਫਿਰ ਹਮੇਸ਼ਾ ਅਸੀਂ ਇੱਕ ਵਚਨ ਵਰਤਦੇ ਹਾਂ, ਦੋਨਾਂ ਚੋਂ ਇੱਕ ਦੀ ਗੱਲ ਹੁੰਦੀ ਹੈ। ਈਦਰ ਅਸ਼ੋਕ ਔਰ ਰਾਕੇਸ਼, ਜਾਂ ਅਸ਼ੋਕ ਤੇ ਜਾਂ ਰਾਕੇਸ਼ ਨੇ ਇਹ ਕਾਰਾ ਕੀਤਾ ਹੈ। ਡਨ ਦਿਸ ਮਿਸਚੀਫ ਹੁੰਦੇ ਇਲਤ ਕੀਤੀ ਹੈ, ਸ਼ਰਾਰਤ ਕੀਤੀ ਹੈ। ਸੋ ਈਦਰ ਅਸ਼ੋਕ, ਜਿੱਥੇ ਈਦਰ ਆਏਗਾ ਉੱਥੇ ਇੱਕ ਵਚਨ ਦੇ ਨਾਲ, ਇੱਕ ਵਚਨ ਦੀ ਵਰਬ ਆਏਗੀ, ਹੈਜ਼ ਆਏਗਾ। ਠੀਕ ਹੈ। ਸੋ ਈਦਰ ਅਸ਼ੋਕ ਔਰ ਰਾਕੇਸ਼, ਜਾਂ ਅਸ਼ੋਕ ਨੇ ਤੇ ਜਾਂ ਰਾਕੇਸ਼ ਨੇ ਇਹ ਇਲਤ ਕੀਤੀ ਹੈ, ਹਨਾ। ਉਹਨਾਂ ਨੇ ਮਤਲਬ ਕਿ ਦੋਨਾਂ ਨੇ ਨਹੀਂ ਕੀਤੀ, ਦੋਨਾਂ ਨੇ, ਉਹਨੇ ਜਾਂ ਉਹਨੇ, ਇੱਕ ਨੇ ਕੀਤੀ ਹੈ। ਈਦਰ ਅਸ਼ੋਕ ਔਰ ਰਾਕੇਸ਼ ਹੈਜ਼ ਡਨ ਦਿਸ ਮਿਸਚੀਫ, ਮਿਸਚੀਫ ਹੁੰਦੀ ਹੈ ਇਲਤ ਜਾਂ ਸ਼ਰਾਰਤ। ਫਿਰ ਇੱਥੇ ਦੇਖੋ ਇੱਕ ਵਚਨ ਆਏਗਾ, ਈਦਰ ਯੂ ਔਰ ਹੀ ਇਜ਼ ਮਿਸਟੇਕਨ, ਜਾਂ ਤੂੰ ਤੇ ਜਾਂ ਉਹ। ਇਜ਼ ਮਿਸਟੇਕਨ ਮੈਨੇ ਭੁਲੇਖੇ ਵਿੱਚ ਹੈ, ਗਲਤੀ ਖਾਧੀ ਹੈ। ਠੀਕ ਹੈ। ਜੋ ਗਲਤੀ ਜਗ੍ਹਾ ਹੈ, ਭੁਲੇਖੇ ਜਗ੍ਹਾ ਹੈ। ਈਦਰ ਯੂ ਔਰ ਹੀ ਇਜ਼ ਮਿਸਟੇਕਨ, ਜਾਂ ਤੂੰ ਤੇ ਜਾਂ ਉਹ ਗਲਤਫਹਿਮੀ ਦਾ ਸ਼ਿਕਾਰ ਹਨ, ਜਾਂ ਭੁਲੇਖੇ ਵਿੱਚ ਹਨ, ਜਾਂ ਉਹਨਾਂ ਨੇ ਗਲਤੀ ਖਾਧੀ ਹੈ। ਅਗਲਾ ਦੇਖੀਏ, ਨੀਦਰ ਦੀ ਜੱਜ ਨੌਰ ਦੀ ਵਿਟਨੈਸਿਸ ਬਿਲੀਵ ਹਿਮ। ਹੁਣ ਦੇਖੋ ਬੱਚਿਓ ਇੱਥੇ ਇੱਕ ਥੋੜਾ ਫਰਕ ਹੈ। ਹੁਣ ਨੀਦਰ ਹੈ ਨਾ, ਪਰ ਪਹਿਲੇ ਕੀ, ਪਹਿਲੇ ਜੱਜ ਇੱਕ ਵਚਨ ਹੈ, ਪਰ ਵਿਟਨੈਸਿਸ ਕੀ ਹੈਗੇ, ਬਹੁਵਚਨ ਹੈ। ਤੇ ਜਦੋਂ ਇਦਾਂ ਆ ਜਾਵੇ ਤੇ ਫਿਰ ਜਿਹੜੀ ਵਰਬ ਤੋਂ ਪਹਿਲੇ ਜਿਹੜਾ ਨਾਉਨ ਹੁੰਦਾ ਉਹਦਾ ਦੇਖੀਦਾ ਕਿ ਉਹ ਇੱਕ ਵਚਨ ਹੈ ਜਾਂ ਬਹੁਵਚਨ ਹੈ। ਇੱਥੇ ਨੀਦਰ ਦੀ ਜੱਜ ਨੌਰ ਦੀ ਵਿਟਨੈਸਿਸ ਬਿਲੀਵ ਹਿਮ, ਅਰਥਾਤ ਨਾ ਤੇ ਜੱਜ ਤੇ ਨਾ ਹੀ ਗਵਾਹ, ਇੱਕ ਗਵਾਹ ਨਹੀਂ, ਬਹੁਵਚਨ, ਗਵਾਹ ਉਹ 'ਚ ਵਿਸ਼ਵਾਸ ਕਰਦੇ ਹਨ, ਕਰਦਾ ਨਹੀਂ, ਕਰਦੇ ਹਨ। ਜੇ ਇੱਥੇ ਹੁੰਦਾ ਨੀਦਰ ਦੀ ਜੱਜ ਨੌਰ ਦੀ ਵਿਟਨੈਸ, ਇੱਕ ਗਵਾਹ, ਬਿਲੀਵਸ ਹਿਮ, ਫਿਰ ਆਣਾ ਸੀ ਐਸ। ਠੀਕ ਹੈ। ਪਰ ਇੱਥੇ ਵਿਟਨੈਸਿਸ, ਕਿਉਂਕਿ ਇਹ ਬਹੁਵਚਨ ਹੈ, ਇਸ ਕਰਕੇ ਇਮੀਡੀਏਟ ਤੋਂ ਬਾਅਦ ਇਹਦੀ ਜਿਹੜੀ ਵਰਬ ਆਏਗੀ ਉਹ ਇਹ ਜਿਹੜਾ ਨਾਉਨ ਹੈਗਾ ਵਿਟਨੈਸਿਸ, ਇਹ ਅਗਰ ਇੱਕ ਵਚਨ ਹੁੰਦਾ ਤਾਂ ਇੱਥੇ ਬਿਲੀਵਸ ਆਣਾ ਸੀ, ਪਰ ਕਿਉਂਕਿ ਇਹ ਬਹੁਵਚਨ ਹੈ ਇਸ ਕਰਕੇ ਬਿਲੀਵ ਆਏਗਾ। ਸੋ ਬੱਚਿਓ ਇਹ ਚੀਜ਼ਾਂ ਤਜਰਬੇ ਦੇ ਨਾਲ ਆਣਗੀਆਂ, ਮੈਂ ਨਾਲ ਦੱਸੀ ਵੀ ਜਾ ਰਿਹਾ ਤੁਹਾਨੂੰ। ਇਹ ਦੇਖੋ ਹੁਣ ਇੱਥੇ ਨੀਦਰ ਦੀ ਕੈਪਟਨ, ਨਾ ਤੇ ਕਪਤਾਨ, ਕਪਤਾਨ ਇੱਕ ਹੁੰਦਾ ਹਨਾ, ਨੌਰ ਦੀ ਸੋਲਜਰਸ ਤੇ ਨਾ ਹੀ ਫੌਜੀ, ਸੋਲਜਰਸ, ਇਹ ਦੇਖੋ ਇਹ ਵੀ ਬਹੁਵਚਨ ਹੈ, ਇਸ ਕਰਕੇ ਆਏਗਾ ਹੈਵ ਬੀਨ ਅਰੈਸਟਡ, ਨਾ ਤੇ ਕਪਤਾਨ ਤੇ ਨਾ ਹੀ ਫੌਜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੋ ਕਿਉਂਕਿ ਸੋਲਜਰਸ ਹੈਗਾ, ਇਹ ਬਹੁਵਚਨ ਹੈ, ਇਸ ਕਰਕੇ ਇੱਥੇ ਹੈਵ ਆਏਗਾ, ਹੈਜ਼ ਨਹੀਂ ਆਏਗਾ। ਜਿਹੜਾ ਹੈਜ਼ ਹੈਗਾ ਉਹ ਇੱਕ ਵਚਨ ਦੇ ਨਾਲ ਆਉਂਦਾ ਹੈ। ਠੀਕ ਹੈ। ਹੁਣ ਈਦਰ ਹੀ ਔਰ ਆਈ, ਹੁਣ ਆਈ ਦੇ ਨਾਲ ਵਰਬ ਕਿਹੜੀ ਆਉਂਦੀ, ਆਈ ਦੇ ਨਾਲ ਆਰ ਤੇ ਨਹੀਂ ਆਉਂਦਾ, ਆਰ ਤੇ ਬਹੁਵਚਨ ਹੋ ਜਾਂਦਾ। ਤੇ ਐਮ, ਹੁਣ ਇੱਕ ਵਚਨ ਆ ਗਿਆ ਨਾ ਇੱਥੇ, ਈਦਰ ਹੀ ਔਰ ਆਈ, ਜਾਂ ਉਹ ਤੇ ਜਾਂ ਮੈਂ ਗਲਤੀ ਵਿੱਚ ਹਾਂ। ਈਦਰ ਹੀ ਔਰ ਆਈ ਐਮ ਰੋਂਗ, ਜਾਂ ਉਹ ਗਲਤ ਹੈ ਤੇ ਜਾਂ ਮੈਂ ਗਲਤ ਹਾਂ। ਠੀਕ ਹੈ। ਸੋ ਆਈ ਦੇ ਨਾਲ, ਆਈ ਇੱਕ ਵਚਨ ਹੈ, ਇਸ ਕਰਕੇ ਵਰਬ ਆਏਗੀ ਐਮ। ਠੀਕ ਹੈ। ਹੀ ਐਜ਼ ਵੈਲ ਐਜ਼ ਯੂ ਆਰ ਇਨੋਸੈਂਟ, ਤੁਹਾਨੂੰ ਪਤਾ ਬੱਚੋ ਯੂ ਦੇ ਨਾਲ ਭਾਵੇਂ ਇੱਕ ਵਚਨ ਹੋਵੇ ਭਾਵੇਂ ਬਹੁਵਚਨ ਹੋਵੇ ਹਮੇਸ਼ਾ ਆਰ ਆਉਂਦਾ ਹੈ। ਯੂ ਦੇ ਨਾਲ ਕਦੀ ਵੀ ਇਜ਼ ਨਹੀਂ ਆਉਂਦਾ, ਕਦੀ ਵਾਜ਼ ਨਹੀਂ ਆਉਂਦਾ। ਯੂ ਦੇ ਨਾਲ ਆਏਗਾ ਆਰ, ਜੇ ਪਾਸਟ ਟੈਂਸ ਹੋਵੇਗਾ ਫਿਰ ਆਏਗਾ ਵਰ। ਠੀਕ ਹੈ। ਜਾਂ ਹੈਵ। ਸੋ ਹੀ ਐਜ਼ ਵੈਲ ਐਜ਼ ਯੂ
ਆਰ ਇਨੋਸੈਂਟ। ਤੂੰ ਤੇ ਨਾਲ ਹੀ ਇਹ ਨਹੀਂ, ਉਹ ਅਤੇ ਤੂੰ ਦੋਵੇਂ ਨਿਰਦੋਸ਼ ਹੋ। ਹੀ ਐਜ਼ ਵੈਲ ਐਜ਼ ਯੂ, ਉਹ ਵੀ ਅਤੇ ਤੂੰ ਵੀ, ਦੋਨੋਂ ਜਾਣੇ ਤੁਸੀਂ ਨਿਰਦੋਸ਼ ਹੋ। ਇਨੋਸੈਂਟ ਮੈਨੇ ਹੁੰਦਾ ਨਿਰਦੋਸ਼। ਈਚ ਡੇ, ਹਰ ਇੱਕ ਦਿਨ, ਐਂਡ ਈਚ ਆਵਰ ਹੈਜ਼ ਇਟਸ ਓਨ ਇੰਪੋਰਟੈਂਸ। ਹੁਣ ਬੱਚਾ ਦੋਨਾਂ ਨੂੰ ਇਹਦੇ ਨਾਲ ਜੋੜਨਾ ਹੈ। ਈਚ ਡੇ ਹੈਜ਼ ਇਟਸ ਇੰਪੋਰਟੈਂਸ ਐਂਡ ਈਚ ਆਵਰ ਹੈਜ਼ ਇਟਸ ਇੰਪੋਰਟੈਂਸ। ਇਹ ਗੱਲ ਨੂੰ ਸਮਝਾਉਣ ਦਾ ਤਰੀਕਾ ਵੀ ਸਮੇਂ ਦੀ ਮਹੱਤਤਾ ਦੀ ਗੱਲ ਹੋ ਰਹੀ ਹੈ। ਕਹਿੰਦੇ ਹਰ ਇੱਕ ਦਿਨ ਦੀ ਅਤੇ ਹਰ ਇੱਕ ਘੰਟੇ ਦੀ ਆਪਣੀ ਮਹੱਤਤਾ ਹੁੰਦੀ ਹੈ। ਸੋ ਹੈਜ਼, ਈਚ ਆਵਰ ਇੱਕ ਵਚਨ ਹੈ, ਇਸ ਕਰਕੇ ਹੈਜ਼ ਆਏਗਾ। ਈਚ ਡੇ ਐਂਡ ਈਚ ਆਵਰ हैज इट्स ओन इम्पोर्टेंस। ठीक है, फिर आ गया ईदर ऑफ दीज टू प्रपोजल्स इज एक्सेप्टेबल टू मी। ईदर के नाल ते बच्चों हमेशा वही आती है, एक वचन आता है। सो ईदर ऑफ दीज टू प्रपोजल्स, ए दोनों विचों कोई भी जड़ा सुझाव है मैनू मंजूर है। इज एक वचन के नाल आंदा है, दोनों चों एक। ईदर ऑफ दीज प्रपोजल्स, दो सुझाव ने, दोनों चों कोई भी सुझाव जड़ा है, भावें ए वाला भावें वो वाला, मैनू मंजूर है। दी ज्यूरी वर डिवाइडेड इन देयर ओपीनियन। ज्यूरी बच्चों ग्रुप होंदा है लोगों का जो फैसला करते हैं, दो या दो तो वध। ठीक है, ज्यूरी कहा जाता है जिहदे पंच होंदे ने, पंच। ठीक है, वर डिवाइडेड, हुण ज्यूरी एक वचन विच ही वरतिया जाता है। जदों दी ज्यूरी वाज यूनैनिमस इन देयर डिसीजन। ठीक है ना, यहाँ तो होए कि भी उन्होंने सारे का एक मत, जो एक ग्रुप लैके चलते हैं फिर एक वचन आएगा। पर इत्थे कि ज्यूरी विच कहंदे दो मतभेद सन भी, कुछ मैंबरों ने एक पासे फैसला दिता, कुछ मैंबरों ने दूजे पासे फैसला दिता, इस करके वर आ गया। दी ज्यूरी वर डिवाइडेड इन देयर ओपीनियन। पंच जड़े सन, असी ज्यूरी दी पंच वरत रहे हैं, पंच जड़े सन उन्हां विच मतभेद सन। ठीक है, सो पंच मतलब कि हुण पंचायत एक नहीं करके गिणांगे, असी पंचायत नूं एक वचन विच गिणदे हां, पर पंचायत दे विच जिहड़े अगर मैंबर ने उन्हां दे अलग अलग विचार आ जाण फिर असी पंचां दी गल कर दिंदे हां। दी ज्यूरी वर डिवाइडेड इन देयर ओपीनियन, अर्थात जिहड़ी ज्यूरी सीगी ਉਹ अपने विचार दे जो उस फैसले के बारे उन्हां विच मतभेद सन। डिवाइडेड इन देयर ओपीनियन मने उन्हां विच मतभेद सन। ठीक है, दी असैंबली इज इन सैशन। हुण देखो असैंबली सभा, यह भी बहुवचन है, मतलब लोगों का इकट्ठ होंदा है, पर सारी दी सारी सभा सैशन चलता पिया ते इस करके असीं वरत्या इज ते पूरी असैंबली नूं एक वचन करके लवांगे। दी असैंबली इज इन सैशन। ठीक है, फिर आई एम द वन हू हैज़ ऑलवेज स्टूड फॉर जस्टिस। हुण यह की है बच्चों, आई एम द वन, आई दे नाल ते एम लग ही गया, हुण दी वन आ गया, मैं वो हाँ, मैं वो हाँ, एक तो आ गया आई एम द वन, आई एम वो हाँ जो हमेशा इंसाफ लिए खड़दा है। सो हू हैज़, वन हू हैज़, वन दे नाल हैज़ आएगा, एक वचन होंदा है, आई दे नाल एम आंदा है। सो आई एम द वन, मैं वो हाँ जो हमेशा इंसाफ लिए खड़दा है। सो आई एम द वन हू, वन एक वचन है, हू हैज़, हैव नहीं आएगा क्योंकि हैव दे दो दे नाल आंदा है, दो तो वध लई बहुवचन लई आंदा है। दिस इज वन ऑफ द मोस्ट डिफिकल्ट लैसन्स। देखो दिस एक वचन की गल है, दिस, दीज मैंने होंदा है बहुवचन, दिस मैंने होंदा है एक। दिस इज वन, देखो ये नाल इज आ गया। दिस इज वन ऑफ द मोस्ट डिफिकल्ट, मतलब कि सारियां नालों वध औखा सबक है। किहड़े सबक, किन्नियां चों? वन ऑफ द मोस्ट डिफिकल्ट लैसन्स दैट हैव बीन टॉट। यह सब तो औखे सबकों विचों एक है, वो औखे सबक जिहड़े पढ़ाए जा चुके हैं, हैव बीन टॉट। हुण देखो लैसन्स जिहड़ा हैगा इत्थे, लैसन्स यह बहुवचन हैगा ते लैसन्स दे नाल इमीडिएटली किहड़ी वर्ब आएगी, हैव आएगी, क्योंकि हैव बहुवचन दे नाल आंदा है ते हैज़ एक वचन दे नाल आंदा है। यह एक वचन इत्थे सीगा, इहदे नाल इज इत्थे आ गया। दिस इज, यह हैगा है, वन ऑफ द मोस्ट डिफिकल्ट लैसन्स, सारियां नालों सब तो औखे सबकों विचों एक। दिस इज वन ऑफ द मोस्ट डिफिकल्ट लैसन्स, यह हैगा है सब तो औखे सबकों विचों एक। किहड़े औखे सबक? दैट हैव बीन टॉट, जिहड़े पढ़ाए जा चुके हैं। पढ़ाए जा चुके सब तो औखे सबकों विचों यह एक है। ਇਹਦਾ ਇਹ मतलब पंजाबी च ਅਸੀਂ इदां लिखांगे, सब तो औखे पढ़ाए जा चुके सबकों विचों यह एक है।
ਸੋ ਦਿਸ ਇਜ਼, ਤੇ ਕਿਉਂਕਿ ਇੱਥੇ ਲੈਸਨਸ ਹੈਗਾ ਇਸ ਕਰਕੇ ਹੈਵ। ਸੋ ਬੱਚੇ ਬੜੀ ਮਹੱਤਵਪੂਰਨ ਗੱਲ ਹੈ, ਕੁਝ ਤੇ ਅਸੂਲ ਵੀ ਹੈਗੇ ਨੇ ਤੇ ਕੁਝ ਗੱਲਾਂ ਇਹਦੇ ਵਿੱਚ ਅਭਿਆਸ ਦੇ ਨਾਲ ਆਉਣਗੀਆਂ। ਸੋ ਮੇਰੀ ਆਪ ਜੀ ਨੂੰ ਇਹ ਤਾਕੀਦ ਹੈ ਕਿ ਇਹ 20 ਸੈਂਟੈਂਸਾਂ ਨੂੰ ਤੁਸੀਂ ਨਾ ਨੋਟ ਤੇ ਕਰ ਲਏ ਹੋਣੇ ਨੇ, ਜਿੱਦਾਂ ਮੈਂ ਤੁਹਾਨੂੰ ਕਿਹਾ ਵੀ ਨੋਟ ਕਰ ਲਓ। ਇਹਨਾਂ ਨੂੰ ਆਪਣੇ ਤੁਸੀਂ ਵਿਹੜੇ ਚਲ ਜਾਓ, ਛੱਤ ਤੇ ਚਲ ਜਾਓ, ਨਾਲ ਤੁਹਾਡੀ ਸੈਰ ਹੋ ਜਾਏਗੀ। ਨੋਟਬੁੱਕ ਖੋਲੋ ਤੇ ਇਹਨਾਂ ਨੂੰ ਉੱਚੀ ਉੱਚੀ ਬੋਲੋ, ਤੁਹਾਡੇ ਤਾਂ ਜਿਹੜੇ ਸੈਂਟੈਂਸ ਨੇ ਇਹ ਮੂੰਹ ਤੇ ਚੜ ਜਾਣਗੇ। ਫਿਰ ਤੁਹਾਨੂੰ ਆਪੇ ਪਤਾ ਲੱਗ ਜਾਏ ਈਦਰ ਦੇ ਨਾਲ ਇਜ਼ ਆਉਂਦਾ ਹੈ, ਤੇ ਜਿੱਥੇ ਵਰਬ ਜਿਹੜੀ ਬਹੁਵਚਨ ਆ ਜਾਏ, ਜਿੱਦਾਂ ਨੀਦਰ ਦੀ ਜੱਜ ਨੌਰ ਦੀ ਵਿਟਨੈਸਿਸ ਬਿਲੀਵ ਹਿਮ। ਸੋ ਇਹ ਜਿਹੜੇ ਤੁਸੀਂ ਬਾਰ-ਬਾਰ ਬੋਲੋਗੇ ਤੇ ਇਹ ਜਿਹੜੀ ਚੀਜ਼ਾਂ ਨੇ ਤੁਹਾਡੇ ਮੂੰਹ ਤੇ ਚੜ ਜਾਣਗੀਆਂ। ਦੇਖੋ ਬੱਚੋ, ਜਦੋਂ ਅਸੀਂ ਪੰਜਾਬੀ ਘਰ 'ਚ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਆਪਣੇ ਮਾਪਿਆਂ ਨੂੰ, ਵੱਡੇ ਭੈਣਾਂ ਭਰਾਵਾਂ ਨੂੰ ਬੋਲਦੇ ਸੁਣਦਾ ਹੈ ਤੇ ਬੋਲਣਾ ਸਿੱਖ ਜਾਂਦਾ ਹੈ, ਤੇ ਉਹ ਗ੍ਰਾਮਰਲੀ ਠੀਕ ਬੋਲਦਾ, ਗ੍ਰਾਮਰ ਤੋਂ ਬਿਲਕੁਲ ਠੀਕ ਬੋਲਦਾ ਹੈ। ਜਿਹੜੇ ਸਕੂਲ ਜਾਂਦਾ ਹੈ ਬੱਚਾ ਤੇ ਬੋਲਣਾ ਸਿੱਖ ਹੀ ਜਾਂਦਾ ਘਰ ਵਿੱਚ, ਹਾਲੇ ਉਹਨੇ ਊੜਾ ਐੜਾ ਪੜ੍ਹਿਆ ਵੀ ਨਹੀਂ ਹੁੰਦਾ, ਪਰ ਉਹ ਪੰਜਾਬੀ ਬਿਲਕੁਲ ਉਹ ਰੋਟੀ ਖਾਂਦੀ ਏ ਤੇ ਭਰਾ ਲਈ ਬੋਲਦਾ ਰੋਟੀ ਖਾਂਦਾ ਹੈ, ਤੇ ਖਾਂਦੀ ਖਾਂਦੇ ਉਹਨਾਂ ਨੂੰ ਕੋਈ ਭੁਲੇਖਾ ਨਹੀਂ ਪੈਂਦਾ, ਉਹਨੂੰ ਸੁਣ ਸੁਣ ਕੇ ਹੀ ਗ੍ਰਾਮਰ ਆ ਜਾਂਦੀ ਹੈ। ਸੋ ਇਹ ਜਿਹੜੇ ਮੈਂ ਕਹਿ ਰਿਹਾ ਤੁਹਾਨੂੰ ਉੱਚੀ ਉੱਚੀ ਬੋਲੋ, ਤੇ ਅਸਲ ਵਿੱਚ ਤੁਸੀਂ ਜਿਹੜੇ ਉੱਚੀ ਬੋਲਦੇ ਹੋ ਤੁਸੀਂ ਆਪਣੇ ਆਪ ਨੂੰ ਸੁਣਾ ਰਹੇ ਹੋ। ਤਾਂ ਜਦੋਂ ਤੁਸੀਂ ਅੰਗਰੇਜ਼ੀ ਦੇ ਸੈਂਟੈਂਸਸ ਇੱਦਾਂ ਆਪਣੇ ਆਪ ਨੂੰ ਸੁਣਾਓਗੇ ਤੇ ਤੁਹਾਨੂੰ ਕਾਫੀ ਸਾਰੀਆਂ ਗੱਲਾਂ ਗ੍ਰਾਮਰ ਦੀਆਂ, ਸੈਂਟੈਂਸ ਦੇ ਸਿੰਟੈਕਸ ਦੀਆਂ, ਬਣਤਰ ਦੀਆਂ ਤੁਹਾਨੂੰ ਸਹਿਜੇ ਸਹਿਜੇ ਆਪਣੇ ਆਪ ਪਤਾ ਲੱਗਦੀਆਂ ਜਾਣਗੀਆਂ। ਸੋ ਪਿਆਰੇ ਵਿਦਿਆਰਥੀਓ, ਇਸੇ ਤਰ੍ਹਾਂ ਤੁਸੀਂ ਮਨ ਲਗਾ ਕੇ ਨੇਮ ਦੇ ਨਾਲ ਆਪਣੀ ਪੜ੍ਹਾਈ ਕਰੀ ਚਲੋ, ਤੇ ਅਗਲੇ ਵੀਡੀਓ ਤੱਕ ਲਈ ਗੁੱਡ ਬਾਏ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ। ਥੈਂਕ ਯੂ ਵੈਰੀ ਮਚ।